ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂ ਜੀ ਤੇ। ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਸਾਇੰਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਜੀ। ਫਿਜ਼ਿਕਸ, ਬਾਇਓਲੋਜੀ ਤੇ ਕੈਮਿਸਟਰੀ। ਤੁਹਾਡੇ ਐਗਜ਼ਾਮ ਦੇ ਲਈ ਜਿਹੜਾ ਸਭ ਤੋਂ ਵੱਧ ਇੰਪੋਰਟੈਂਟ ਟੌਪਿਕ ਹੈ ਜੀ ਉਹ ਹੈਗਾ ਜੀ ਬਾਇਓਲੋਜੀ। ਅੱਜ ਤੋਂ ਆਪਾਂ ਬਾਇਓਲੋਜੀ ਦੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਜੀ। ਇਹ ਜਿਹੜੀ ਕਲਾਸ ਹੈ ਜੀ ਇਹ ਤੁਹਾਨੂੰ ਬਾਇਲੈਂਗੁਅਲ ਮਿਲੇਗੀ ਜੀ, ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ। ਤੁਸੀਂ ਆਪਣੀ ਲੋੜ ਅਨੁਸਾਰ ਇਹਦੇ ਜਿਹੜੇ ਹੈ ਨੋਟਸ ਬਣਾ ਸਕਦੇ ਹੋ। ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਨੂੰ। ਸਭ ਤੋਂ ਪਹਿਲਾਂ ਆਪਾਂ ਵੇਖਾਂਗੇ ਜੀ ਬਾਇਓਲੋਜੀ ਦੀ ਇੰਟਰੋਡਕਸ਼ਨ, ਜੀਵ ਵਿਗਿਆਨ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਪੰਜਾਬੀ ਵਿੱਚ। ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ ਜੀ ਬਾਇਓਲੋਜੀ ਇੰਟਰੋਡਕਸ਼ਨ। ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਜੀ ਕਿ ਬਾਇਓਲੋਜੀ ਜਿਹੜਾ ਸ਼ਬਦ ਹੈ ਜੀ ਕਿਹੜੀ ਭਾਸ਼ਾ ਦਾ ਸ਼ਬਦ ਹੈ। ਇਹ ਕੁਐਸਚਨ ਕਾਫੀ ਵਾਰ ਐਗਜ਼ਾਮ ਵਿੱਚ ਪੁੱਛਿਆ ਗਿਆ ਹੈ। ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ ਜੀ? ਇਹ ਸ਼ਬਦ ਹੈ ਜੀ ਗ੍ਰੀਕ ਭਾਸ਼ਾ ਦਾ। ਗ੍ਰੀਕ ਭਾਸ਼ਾ ਦਾ ਜਿਹੜਾ ਹੈ ਜੀ ਸ਼ਬਦ ਹੈਗਾ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਸ਼ਬਦ ਹੈ ਜੀ ਬਾਇਓਲੋਜੀ, ਇਹ ਬਣਿਆ ਹੈ ਜੀ ਬਾਇਓਸ ਪਲਸ ਲੋਜੀਸ ਤੋਂ। ਬਾਇਓਸ ਤੋਂ ਆਪਣਾ ਕੀ ਭਾਵ ਹੈ ਜੀ? ਬਾਇਓਸ ਤੋਂ ਆਪਣਾ ਭਾਵ ਹੈ ਜੀ ਲਿਵਿੰਗਸ। ਲਿਵਿੰਗਸ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਸੰਜੀਵ। ਇਹਨੂੰ ਕਈ ਕਿਤਾਬਾਂ ਦੇ ਵਿੱਚ ਲਾਈਫ ਵੀ ਲਿਖਿਆ ਹੋਏਗਾ ਜੀ। ਜੀਵਨ। ਇੱਧਰ ਆਪਣੇ ਕੋਲ ਹੈ ਜੀ ਲੋਜਿਸ। ਲੋਜਿਸ ਤੋਂ ਕੀ ਭਾਵ ਹੁੰਦਾ ਹੈ ਜੀ? ਟੂ ਸਟੱਡੀ, ਯਾਨੀ ਇਹਦੇ ਬਾਰੇ ਅਧਿਐਨ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜੀ ਇਹਦੇ ਬਾਰੇ ਪੜ੍ਹਾਈ। ਕੀ ਹੈਗਾ ਜੀ ਇਹਦੇ ਵਿੱਚ? ਬਾਇਓਸ ਦੇ ਬਾਰੇ ਜਿਹੜੀ ਹੈ ਜੀ ਪੜ੍ਹਾਈ ਹੈ ਜੀ ਉਹਨੂੰ ਕਿਹਾ ਜਾਂਦਾ ਹੈ ਜੀ ਆਪਾਂ ਨੂੰ ਬਾਇਓਲੋਜੀ। ਇਹਦੇ ਵਿੱਚ ਹੁਣ ਆਪਾਂ ਵੇਖਦੇ ਹਾਂ ਜੀ ਕਿ ਬਾਇਓਲੋਜੀ ਜਿਹੜੀ ਹੈ ਜੀ ਇਹਦੇ ਵਿੱਚ ਆਪਣੇ ਕੋਲ ਸੰਜੀਵਾਂ ਦੀ ਪੜ੍ਹਾਈ ਹੀ ਕਿਉਂ ਹੁੰਦੀ ਹੈ ਜੀ? ਬਾਇਓਲੋਜੀ ਜਿਹੜੀ ਹੈ ਜੀ ਦੋਸਤੋ, ਬਾਇਓਲੋਜੀ ਜਿਹੜੀ ਹੈ ਜੀ ਇਹਦੇ ਵਿੱਚ ਆਪਾਂ ਪੜ੍ਹਾਂਗੇ ਜੀ ਸੰਜੀਵ ਵਸਤੂਆਂ ਦੇ ਬਾਰੇ। ਬਾਇਓਲੋਜੀ ਦੇ ਵਿੱਚ ਆਪਾਂ ਕਿਹਦੇ ਬਾਰੇ ਪੜ੍ਹਾਂਗੇ ਜੀ? ਸੰਜੀਵ ਵਸਤੂਆਂ ਦੇ ਬਾਰੇ। ਤੁਸੀਂ ਛੋਟੀ ਕਲਾਸ ਵਿੱਚ ਪੜ੍ਹਿਆ ਹੋਵੇਗਾ ਜੀ, ਇੱਕ ਹੁੰਦੀਆਂ ਨੇ ਸੰਜੀਵ ਵਸਤੂਆਂ ਤੇ ਇੱਕ ਹੁੰਦੀਆਂ ਨੇ ਜੀ ਨਿਰਜੀਵ ਵਸਤੂਆਂ। ਹੁਣ ਇਹਨਾਂ ਦੋਵਾਂ ਵਿੱਚ ਕੀ ਅੰਤਰ ਹੈ ਜੀ ਇਹ ਸਭ ਆਪਾਂ ਵੇਖ ਲੈਂਦੇ ਹਾਂ ਜੀ। ਬਾਇਓ ਦੇ ਵਿੱਚ ਆਪਾਂ ਕੀ ਪੜ੍ਹਾਂਗੇ ਦੋਸਤੋ? ਸੰਜੀਵ ਵਸਤੂਆਂ ਦੇ ਬਾਰੇ। ਸੰਜੀਵ ਵਸਤੂਆਂ ਯਾਨੀ ਲਿਵਿੰਗ ਥਿੰਗਸ। ਲਿਵਿੰਗਸ ਜਿਹਨਾਂ ਵਿੱਚ ਕੀ ਹੁੰਦਾ ਹੈ ਜੀ ਕੁਝ ਗੁਣ ਹੁੰਦੇ ਨੇ ਜਿਹੜੇ ਆਪਾਂ ਹੁਣੇ ਡਿਸਕਸ ਕਰਾਂਗੇ। ਲਿਵਿੰਗਸ ਸੰਜੀਵ ਵਸਤੂਆਂ। ਇਹਨਾਂ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ ਇਹ ਸਭ ਕੁਝ ਆਪਾਂ ਹੁਣੇ ਵੇਖਾਂਗੇ ਦੋਸਤੋ। ਇਹਨਾਂ ਦੇ ਨਾਲ ਹੀ ਹੁੰਦੀਆਂ ਨੇ ਇੱਕ ਨਿਰਜੀਵ ਵਸਤੂਆਂ ਜਿਹਨੂੰ ਆਪਾਂ ਕਹਿੰਦੇ ਹਾਂ ਜੀ ਨੋਨ ਲਿਵਿੰਗਸ। ਸੰਜੀਵ ਵਸਤੂਆਂ ਜਿਵੇਂ ਕਿ ਆਪਾਂ ਸਾਰੇ ਤੇ ਨਿਰਜੀਵ ਵਸਤੂਆਂ ਜਿਵੇਂ ਕਿ ਟੇਬਲ ਹੋ ਗਿਆ, ਕੁਰਸੀ ਹੋ ਗਈ। ਇਹਨਾਂ ਵਿੱਚ ਕੀ ਫਰਕ ਹੁੰਦਾ ਹੈ ਉਹ ਆਪਾਂ ਹੁਣੇ ਵੇਖ ਲੈਂਦੇ ਹਾਂ ਜੀ। ਦੋਸਤੋ ਹੁਣ ਆਪਾਂ ਵੇਖਾਂਗੇ ਸੰਜੀਵ ਵਸਤੂਆਂ ਕਿਹੜੀਆਂ ਹੁੰਦੀਆਂ ਨੇ। ਜੇਕਰ ਕੋਈ ਵਸਤੂ ਸੰਜੀਵ ਵਸਤੂ ਹੈ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ। ਸੰਜੀਵ ਵਸਤੂਆਂ ਦੇ ਬਾਰੇ ਆਪਾਂ ਹੁਣ ਵੇਖਦੇ ਹਾਂ ਜੀ। ਸੰਜੀਵ ਵਸਤੂਆਂ ਦੇ ਵਿੱਚ ਸਭ ਤੋਂ ਪਹਿਲਾ ਗੁਣ ਹੈ ਜਿਹੜਾ ਜੀ ਉਹ ਹੈਗਾ ਜੀ ਆਪਣੇ ਕੋਲ ਰੈਸਪੀਰੇਸ਼ਨ।
ਰੈਸਪੀਰੇਸ਼ਨ ਕੀ ਹੈਗਾ ਦੋਸਤੋ? ਸਾਹ ਕਿਰਿਆ। ਇਸ ਤੋਂ ਆਪਣਾ ਕੀ ਭਾਵ ਹੈ ਜੀ ਕਿ ਰੈਸਪੀਰੇਸ਼ਨ ਯਾਨੀ ਸਾਹ ਕਿਰਿਆ, ਕਿ ਜੇਕਰ ਕੋਈ ਵਸਤੂ ਸੰਜੀਵ ਵਸਤੂ ਹੈ ਤਾਂ ਉਹਦੇ ਵਿੱਚ ਸਾਹ ਕਿਰਿਆ ਹੋਣੀ ਜ਼ਰੂਰੀ ਹੈ। ਸਾਹ ਕਿਰਿਆ ਹੋਣੀ ਉਹਦੇ ਵਿੱਚ ਜ਼ਰੂਰੀ ਹੈ ਜੇਕਰ ਕੋਈ ਵਸਤੂ ਸੰਜੀਵ ਵਸਤੂ ਹੈ, ਜਾਂ ਫਿਰ ਆਪਾਂ ਇਹਨੂੰ ਐਵੇਂ ਕਹਿ ਸਕਦੇ ਹਾਂ ਜੀ ਕਿ ਜਿਹਦੇ ਵਿੱਚ ਸਾਹ ਕਿਰਿਆ ਹੋਵੇਗੀ ਉਹਨੂੰ ਹੀ ਆਪਾਂ ਸੰਜੀਵ ਵਸਤੂ ਕਹਿ ਸਕਦੇ ਹਾਂ। ਇਹ ਆਪਣਾ ਜਿਹੜਾ ਹੈ ਜੀ ਪਹਿਲਾ ਪੁਆਇੰਟ ਹੈ ਜੀ। ਇਸ ਤੋਂ ਬਾਅਦ ਸੈਕਿੰਡ ਹੈ ਜੀ ਆਪਣੇ ਕੋਲ ਗਰੋਥ। ਉਹਦੇ ਵਿੱਚ ਗਰੋਥ ਹੋਣੀ ਜ਼ਰੂਰੀ ਹੈ, ਵ੍ਰਿੱਧੀ ਹੋਣੀ ਜ਼ਰੂਰੀ ਹੈ, ਉਹਦੇ ਵਿੱਚ ਵਾਧਾ ਹੋਣਾ ਜ਼ਰੂਰੀ ਹੈ। ਜੇ ਕੋਈ ਵਸਤੂ ਸੰਜੀਵ ਵਸਤੂ ਹੈ ਜਾਂ ਕਿਸੇ ਵਸਤੂ ਨੂੰ ਜੇਕਰ ਆਪਾਂ ਸੰਜੀਵ ਵਸਤੂ ਕਹਿਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਰੈਸਪੀਰੇਸ਼ਨ ਹੋਣਾ ਚਾਹੀਦਾ ਹੈ, ਸਾਹ ਕਿਰਿਆ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਉਹਦੇ ਵਿੱਚ ਸੈਕਿੰਡ ਜਿਹੜਾ ਗੁਣ ਹੈ ਜੀ ਉਹ ਹੋਣਾ ਚਾਹੀਦਾ ਹੈ ਗਰੋਥ ਦਾ। ਉਹਦੇ ਵਿੱਚ ਵਾਧਾ ਹੋਣਾ ਜ਼ਰੂਰੀ ਹੈ। ਜਿਵੇਂ ਕਿ ਆਪਾਂ ਜਨਮ ਤੋਂ ਛੋਟੇ ਹੁੰਦੇ ਹਾਂ, ਫਿਰ ਆਪਣੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਤੇ ਆਪਾਂ ਵੱਡੇ ਹੁੰਦੇ ਜਾਂਦੇ ਹਾਂ। ਇਸੇ ਤਰ੍ਹਾਂ ਜਿਵੇਂ ਪਲਾਂਟਸ ਨੇ, ਪੌਦੇ, ਉਹ ਵੀ ਪਹਿਲਾਂ ਛੋਟੇ ਹੁੰਦੇ ਨੇ ਫਿਰ ਵੱਧਦੇ ਜਾਂਦੇ ਨੇ। ਤਾਂ ਇਹ ਸਭ ਕੀ ਹੈਗੇ ਨੇ? ਸੰਜੀਵ ਵਸਤੂਆਂ ਦੇ ਗੁਣ। ਤੇ ਤੀਜਾ ਜਿਹੜਾ ਗੁਣ ਹੈ ਜੀ ਉਹ ਆਪਣੇ ਕੋਲ ਹੈਗਾ ਜੀ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਯਾਨੀ ਭੋਜਨ ਜਾਂ ਪੋਸ਼ਣ। ਇਹਨਾਂ ਵਿੱਚ ਪੋਸ਼ਣ ਹੋਣਾ ਜ਼ਰੂਰੀ ਹੈ। ਪੋਸ਼ਣ ਤੋਂ ਕੀ ਭਾਵ ਹੈ ਜੀ? ਜਿਵੇਂ ਆਪਾਂ ਭੋਜਨ ਖਾਂਦੇ ਹਾਂ, ਭੋਜਨ ਖਾਣ ਨਾਲ ਆਪਣੇ ਸਰੀਰ ਵਿੱਚ ਊਰਜਾ ਪ੍ਰਾਪਤ ਹੁੰਦੀ ਹੈ ਤੇ ਊਰਜਾ ਦੇ ਨਾਲ ਹੀ ਸਾਡੇ ਵਿੱਚ ਜਿਹੜੀ ਹੈ ਗਰੋਥ ਹੁੰਦੀ ਹੈ। ਇਸ ਤੋਂ ਬਾਅਦ ਚੌਥਾ ਜਿਹੜਾ ਪੁਆਇੰਟ ਹੈ ਜੀ ਉਹ ਹੈਗਾ ਜੀ ਆਪਣੇ ਕੋਲ ਡਾਈਜੈਸ਼ਨ। ਡਾਈਜੈਸ਼ਨ ਯਾਨੀ ਪਾਚਨ। ਡਾਈਜੈਸ਼ਨ ਯਾਨੀ ਪਾਚਨ, ਕਿ ਪਾਚਨ ਕਿਰਿਆ ਵੀ ਉਹਦੇ ਵਿੱਚ ਹੁੰਦੀ ਹੈ, ਉਹਦੇ ਵਿੱਚ ਪਾਚਨ ਹੋਣਾ ਜ਼ਰੂਰੀ ਹੈ। ਜਦੋਂ ਆਪਾਂ ਪੋਸ਼ਣ ਕਰਦੇ ਹਾਂ ਦੋਸਤੋ, ਯਾਨੀ ਆਪਾਂ ਜਦੋਂ ਭੋਜਨ ਖਾਂਦੇ ਹਾਂ ਤਾਂ ਭੋਜਨ ਜਿਹੜਾ ਹੈ ਜੀ ਉਹ ਵੱਡੇ ਵੱਡੇ ਟੁਕੜਿਆਂ ਦੇ ਵਿੱਚ ਹੁੰਦਾ ਹੈ। ਉਹਨੂੰ ਬਰੀਕ ਬਰੀਕ ਟੁਕੜਿਆਂ ਦੇ ਵਿੱਚ ਤਬਦੀਲ ਕਰਨ ਨੂੰ ਹੀ ਆਪਾਂ ਕੀ ਕਹਿੰਦੇ ਹਾਂ ਦੋਸਤੋ? ਪਾਚਨ ਯਾਨੀ ਡਾਈਜੈਸ਼ਨ। ਜਦੋਂ ਆਪਾਂ ਭੋਜਨ ਖਾਂਦੇ ਹਾਂ ਤਾਂ ਭੋਜਨ ਜਿਹੜਾ ਹੈ ਵੱਡੇ ਵੱਡੇ ਟੁਕੜਿਆਂ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਜਾਂਦਾ ਹੈ। ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਆਪਣੇ ਕੋਲ ਐਂਜ਼ਾਈਮ ਹੁੰਦੇ ਨੇ ਜਿਹੜੇ ਕਿ ਉਸ ਭੋਜਨ ਨੂੰ ਛੋਟੇ ਛੋਟੇ ਕਣਾਂ ਵਿੱਚ ਤਬਦੀਲ ਕਰ ਦਿੰਦੇ ਨੇ ਤੇ ਉਸ ਤੋਂ ਜਿਹੜੀ ਹੈ ਊਰਜਾ ਪ੍ਰਾਪਤ ਹੁੰਦੀ ਹੈ ਆਪਣੇ ਸਰੀਰ ਨੂੰ। ਇਸ ਨੂੰ ਹੀ ਆਪਾਂ ਕਹਿੰਦੇ ਹਾਂ ਦੋਸਤੋ ਪਾਚਨ। ਇਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਦੋਸਤੋ, ਇਸ ਤੋਂ ਬਾਅਦ ਪੰਜਵਾਂ ਪੁਆਇੰਟ ਹੈ ਦੋਸਤੋ ਆਪਣਾ ਐਕਸਕ੍ਰੈਸ਼ਨ। ਐਕਸਕ੍ਰੈਸ਼ਨ, ਐਕਸਕ੍ਰੈਸ਼ਨ ਕੀ ਹੁੰਦਾ ਜੀ? ਮਲ ਤਿਆਗ। ਜਦੋਂ ਸਾਡੇ ਸਰੀਰ ਵਿੱਚ ਭੋਜਨ ਪਚ ਜਾਂਦਾ ਹੈ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਫਾਲਤੂ ਪਦਾਰਥ ਜਿਹੜੇ ਨੇ ਉਹ ਬਚ ਜਾਂਦੇ ਨੇ। ਉਹਨਾਂ ਨੂੰ ਸਾਡੇ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਕੀ ਕਹਿੰਦੇ ਨੇ ਦੋਸਤੋ? ਮਲ ਤਿਆਗ, ਐਕਸਕ੍ਰੈਸ਼ਨ। ਨੈਕਸਟ ਵੇਖਦੇ ਹਾਂ ਦੋਸਤੋ। ਨੈਕਸਟ ਆਪਣਾ ਪੁਆਇੰਟ ਹੈ ਜੀ 6ਵਾਂ। ਆਪਣਾ ਨੈਕਸਟ ਪੁਆਇੰਟ ਹੈ ਜੀ ਰੀਪਰੋਡਕਸ਼ਨ। ਰੀਪਰੋਡਕਸ਼ਨ ਕੀ ਹੁੰਦਾ ਦੋਸਤੋ? ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਪ੍ਰਜਨਨ। ਜਦੋਂ ਵੀ ਕੋਈ ਸੰਜੀਵ ਵਸਤੂ ਹੁੰਦੀ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਹੈ? ਪ੍ਰਜਨਨ ਕਰਨ ਦੀ ਤਾਕਤ ਹੁੰਦੀ ਹੈ। ਉਹ ਆਪਣੇ ਤਰ੍ਹਾਂ ਦੀ ਹੋਰ ਜਾਤੀ ਜਿਹੜੀ ਹੈ ਬਣਾ ਸਕਦੀ ਹੈ। ਉਹਨੂੰ ਆਪਾਂ ਕੀ ਕਹਿੰਦੇ ਹਾਂ ਦੋਸਤੋ? ਪ੍ਰਜਨਨ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਇੱਕ ਸੰਜੀਵ ਵਸਤੂ ਹੋਣ ਦੇ ਲਈ। ਵੇਖ ਲੈਂਦੇ ਹਾਂ ਦੋਸਤੋ ਇੱਕ ਵਾਰੀ ਫਿਰ ਤੋਂ। ਸਭ ਤੋਂ ਪਹਿਲਾਂ ਕੀ ਹੈ ਜੀ ਆਪਣੇ ਕੋਲ? ਰੈਸਪੀਰੇਸ਼ਨ। ਉਹਦੇ ਵਿੱਚ ਸਾਹ ਕਿਰਿਆ ਹੋਣੀ ਜ਼ਰੂਰੀ ਹੈ। ਜਿਵੇਂ ਕਿ ਦੋਸਤੋ ਆਪਾਂ ਹੈਗੇ ਆ, ਆਪਾਂ ਨੂੰ ਸਾਹ ਆਉਂਦਾ ਹੈ, ਆਪਣੇ ਵਿੱਚ ਸਾਹ ਕਿਰਿਆ ਹੁੰਦੀ ਹੈ। ਇਸ ਤੋਂ ਇਲਾਵਾ ਸੈਕਿੰਡ ਪੁਆਇੰਟ ਆਪਣਾ ਹੈ ਜੀ ਗਰੋਥ, ਵਾਧਾ। ਉਹਦੇ ਵਿੱਚ ਗਰੋਥ ਹੋਣੀ ਜ਼ਰੂਰੀ ਹੈ। ਜਿਵੇਂ ਆਪਾਂ
ਆਪਾਂ ਜਨਮ ਤੋਂ ਛੋਟੇ ਹੁੰਦੇ ਆ, ਹੌਲੀ ਹੌਲੀ ਆਪਣੇ ਵਿੱਚ ਗਰੋਥ ਹੁੰਦੀ ਜਾਂਦੀ ਹੈ ਤੇ ਆਪਾਂ ਵੱਡੇ ਹੁੰਦੇ ਜਾਂਦੇ ਆ। ਤੀਜਾ ਪੁਆਇੰਟ ਹੈ ਜੀ ਆਪਣੇ ਕੋਲ ਨਿਊਟ੍ਰੀਸ਼ਨ, ਪੋਸ਼ਣ, ਭੋਜਨ, ਯਾਨੀ ਆਪਣੇ ਵਿੱਚ ਭੋਜਨ ਜਿਹੜਾ ਹੈ ਆਪਾਂ ਖਾ ਸਕਦੇ ਹਾਂ ਤੇ ਆਪਣਾ ਭੋਜਨ ਜਿਹੜਾ ਹੈ ਉਹ ਛੋਟੇ ਛੋਟੇ ਟੁਕੜਿਆਂ ਵਿੱਚ ਟੁੱਟਣ ਤੋਂ ਬਾਅਦ ਜਿਹੜਾ ਹੈ ਆਪਣਾ ਭੋਜਨ ਪਚਦਾ ਹੈ, ਉਹਨੂੰ ਆਪਾਂ ਕਹਿੰਦੇ ਆ ਜੀ ਡਾਈਜੈਸ਼ਨ ਸਿਸਟਮ। ਡਾਈਜੈਸ਼ਨ ਸਿਸਟਮ ਉਹਦੇ ਵਿੱਚ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਹਦੇ ਵਿੱਚ ਐਕਸਕ੍ਰੇਸ਼ਨ ਵੀ ਹੋਣਾ ਜ਼ਰੂਰੀ ਹੈ, ਮਲ ਤਿਆਗ, ਯਾਨੀ ਜਿਹੜਾ ਭੋਜਨ ਖਾਣ ਤੋਂ ਬਾਅਦ ਜਿਹੜਾ ਫਾਲਤੂ ਪਦਾਰਥ ਬਚ ਜਾਂਦਾ ਹੈ ਉਹਨੂੰ ਜਿਹੜਾ ਆਪਣੇ ਸਰੀਰ ਤੋਂ ਬਾਹਰ ਕੱਢਣ ਦੀ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਦੋਸਤੋ? ਮਲ ਤਿਆਗ ਕਿਰਿਆ। ਇਸ ਤੋਂ ਇਲਾਵਾ ਸੰਜੀਵ ਵਸਤੂ ਦੇ ਵਿੱਚ ਰੀਪਰੋਡਕਸ਼ਨ ਕਿਰਿਆ ਵੀ ਹੁੰਦੀ ਹੈ ਜਾਂ ਰੀਪਰੋਡਕਸ਼ਨ ਦੀ ਤਾਕਤ ਵੀ ਹੁੰਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਦੋਸਤੋ? ਪ੍ਰਜਨਨ ਕਰਨ ਦੀ ਤਾਕਤ ਹੁੰਦੀ ਹੈ। ਉਹ ਆਪਣੇ ਤਰ੍ਹਾਂ ਦੀ ਹੋਰ ਵਸਤੂਆਂ ਨੂੰ ਜਨਮ ਦੇ ਸਕਦਾ ਹੈ ਜਾਂ ਆਪਣੀ ਜਾਤੀ ਨੂੰ ਵਧਾ ਸਕਦਾ ਹੈ, ਆਪਣੇ ਵੰਸ਼ ਨੂੰ ਵਧਾ ਸਕਦਾ ਹੈ। ਇਹ ਜਿਹੜੇ ਸਾਰੇ ਗੁਣ ਨੇ ਦੋਸਤੋ, ਇਹ ਸੰਜੀਵ ਵਸਤੂ ਦੇ ਵਿੱਚ ਹੋਣੇ ਜ਼ਰੂਰੀ ਨੇ, ਤਾਂ ਹੀ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਸੰਜੀਵ ਵਸਤੂ ਹੈ। ਦੂਜੀ ਤਰਫ ਜੇਕਰ ਆਪਾਂ ਇੱਕ ਕੁਰਸੀ ਦੀ ਗੱਲ ਕਰੀਏ ਤਾਂ ਕੁਰਸੀ ਦੇ ਵਿੱਚ ਇਹ ਸਾਰੀਆਂ ਕਿਰਿਆਵਾਂ ਨਹੀਂ ਹੁੰਦੀਆਂ ਕਿਉਂਕਿ ਉਹ ਇੱਕ ਨਿਰਜੀਵ ਵਸਤੂ ਹੈ। ਉਮੀਦ ਹੈ ਦੋਸਤੋ ਤੁਸੀਂ ਸਮਝ ਗਏ ਹੋਗੇ। ਨੈਕਸਟ ਵੇਖਦੇ ਹਾਂ ਦੋਸਤੋ। ਹੁਣ ਦੋਸਤੋ ਆਪਾਂ ਗੱਲ ਕਰਾਂਗੇ ਪਲਾਂਟਸ ਦੀ, ਯਾਨੀ ਪੌਦੇ। ਪੌਦੇ ਜਿਹੜੇ ਹੁੰਦੇ ਨੇ ਉਹ ਸੰਜੀਵ ਹੁੰਦੇ ਨੇ ਜਾਂ ਨਿਰਜੀਵ ਹੁੰਦੇ ਨੇ, ਇਹ ਆਪਾਂ ਹੁਣ ਡਿਸਕਸ ਕਰਾਂਗੇ ਦੋਸਤੋ। ਪੌਦਿਆਂ ਦੇ ਵਿੱਚ ਜਿਹੜੀ ਹੈ ਜੇਕਰ ਉਹ ਸੰਜੀਵ ਨੇ ਤਾਂ ਉਹਨਾਂ ਵਿੱਚ ਜਿਹੜੇ ਆਪਾਂ ਪਿੱਛੇ ਪੁਆਇੰਟ ਕਰੇ ਨੇ ਉਹ ਸਾਰੇ ਪੁਆਇੰਟ ਉਹਨਾਂ ਵਿੱਚ ਹੋਣੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ ਜੀ? ਰੈਸਪੀਰੇਸ਼ਨ। ਕੀ ਪੌਦਿਆਂ ਵਿੱਚ ਰੈਸਪੀਰੇਸ਼ਨ ਸਿਸਟਮ ਹੁੰਦਾ ਹੈ? ਕਿ ਉਹਨਾਂ ਵਿੱਚ ਸਾਹ ਕਿਰਿਆ ਹੁੰਦੀ ਹੈ ਦੋਸਤੋ? ਉਹਨਾਂ ਵਿੱਚ ਸਾਹ ਕਿਰਿਆ ਹੁੰਦੀ ਹੈ ਕਿਉਂਕਿ ਉਹ ਦਿਨ ਦੇ ਵੇਲੇ ਕੀ ਕਰਦੇ ਨੇ ਦੋਸਤੋ? CO2 ਯਾਨੀ ਕਾਰਬਨ ਡਾਈਆਕਸਾਈਡ ਲੈਂਦੇ ਨੇ ਤੇ O2 ਯਾਨੀ ਆਕਸੀਜਨ ਜਿਹੜੇ ਨੇ ਛੱਡਦੇ ਨੇ। ਦਿਨ ਦੇ ਵੇਲੇ ਕੀ ਕਰਦੇ ਨੇ ਦੋਸਤੋ? ਪੌਦੇ ਜਿਹੜੇ ਹੁੰਦੇ ਨੇ ਉਹ ਕਾਰਬਨ ਡਾਈਆਕਸਾਈਡ ਜਿਹੜੇ ਨੇ ਪ੍ਰਾਪਤ ਕਰਦੇ ਨੇ ਤੇ ਆਕਸੀਜਨ ਜਿਹੜੀ ਹੈ ਉਹ ਰਿਲੀਜ਼ ਕਰਦੇ ਨੇ। ਤੇ ਇਹੀ ਪੌਦੇ ਜਿਹੜੇ ਨੇ ਇਹ ਰਾਤ ਨੂੰ ਕੀ ਕਰਦੇ ਨੇ ਦੋਸਤੋ? ਰਾਤ ਨੂੰ ਇਹ ਆਕਸੀਜਨ ਲੈਂਦੇ ਨੇ ਤੇ ਕਾਰਬਨ ਡਾਈਆਕਸਾਈਡ ਜਿਹੜੇ ਨੇ ਉਹ ਛੱਡਦੇ ਨੇ। ਇਹ ਤੁਸੀਂ ਦੋਸਤੋ ਯਾਦ ਰੱਖਣਾ ਹੈ। ਇਹ ਡਾਇਰੈਕਟ ਕੁਐਸਚਨ ਜਿਹੜੇ ਨੇ ਐਗਜ਼ਾਮ ਵਿੱਚ ਪੁੱਛ ਲਏ ਜਾਂਦੇ ਨੇ। ਨੈਕਸਟ ਆਪਣੇ ਕੋਲ ਸੀਗਾ ਦੋਸਤੋ ਗਰੋਥ। ਗਰੋਥ ਯਾਨੀ ਵਾਧਾ। ਪੌਦਿਆਂ ਵਿੱਚ ਵਾਧਾ ਹੁੰਦਾ ਹੈ? ਹਾਂਜੀ ਹੁੰਦਾ ਹੈ। ਆਪਾਂ ਵੇਖਿਆ ਹੈ ਕਿ ਪੌਦੇ ਪਹਿਲੇ ਛੋਟੇ ਹੁੰਦੇ ਨੇ, ਫਿਰ ਉਹ ਵੱਧਦੇ ਜਾਂਦੇ ਨੇ ਤੇ ਉਹਨਾਂ ਵਿੱਚ ਵਾਧਾ ਹੁੰਦਾ ਹੈ। ਆਪਾਂ ਆਪਣੀ ਅੱਖਾਂ ਦੇ ਨਾਲ ਇਹ ਸਭ ਵੇਖਿਆ ਹੈ। ਨੈਕਸਟ ਆਪਣੇ ਕੋਲ ਹੈ ਜੀ ਨੈਕਸਟ ਆਪਣੇ ਕੋਲ ਤੀਜਾ ਪੁਆਇੰਟ ਹੈਗਾ ਜੀ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਕੀ ਹੁੰਦਾ ਹੈ ਦੋਸਤੋ? ਪੋਸ਼ਣ। ਪੋਸ਼ਣ ਪੌਦਿਆਂ ਦੇ ਵਿੱਚ ਪੋਸ਼ਣ ਹੁੰਦਾ ਹੈ। ਉਹ ਭੋਜਨ ਆਪਦਾ ਤਿਆਰ ਕਰਦੇ ਨੇ। ਕਿਸ ਕਿਰਿਆ ਦੇ ਦੁਆਰਾ ਭੋਜਨ ਤਿਆਰ ਕਰਦੇ ਨੇ? ਉਹਨੂੰ ਕਹਿੰਦੇ ਨੇ ਦੋਸਤੋ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ।
ਕੀ ਕਹਿੰਦੇ ਨੇ ਦੋਸਤੋ, ਪ੍ਰਕਾਸ਼ ਸੰਸਲੇਸ਼ਨ ਕਿਰਿਆ ਉਹਨੂੰ ਕਿਹਾ ਜਾਂਦਾ ਹੈ, ਜਿਸ ਦੇ ਦੁਆਰਾ ਪੌਦੇ ਆਪਣਾ ਭੋਜਨ ਤਿਆਰ ਕਰਦੇ ਨੇ। ਪੌਦਿਆਂ ਦੇ ਵਿੱਚ ਇੱਕ ਹਰੇ ਰੰਗ ਦਾ ਪਦਾਰਥ ਹੁੰਦਾ ਹੈ ਦੋਸਤੋ, ਜਿਹਨੂੰ ਕਹਿੰਦੇ ਨੇ ਕਲੋਰੋਫਿਲ। ਕਲੋਰੋਫਿਲ ਦੀ ਮਦਦ ਨਾਲ ਸੂਰਜ ਦੀ ਰੋਸ਼ਨੀ ਵਿੱਚ ਪੌਦੇ ਜਿਹੜੇ ਨੇ ਆਪ ਦਾ ਭੋਜਨ ਆਪ ਤਿਆਰ ਕਰਦੇ ਨੇ ਦੋਸਤੋ। ਇਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ, ਪ੍ਰਕਾਸ਼ ਸੰਸਲੇਸ਼ਨ ਪ੍ਰਕਿਰਿਆ ਜਾਂ ਫੋਟੋਸਿੰਥੇਸਿਸ। ਕੀ ਕਹਿੰਦੇ ਨੇ ਦੋਸਤੋ, ਫੋਟੋਸਿੰਥੇਸਿਸ। ਨੈਕਸਟ ਵੇਖਦੇ ਹਾਂ ਦੋਸਤੋ, ਇਸ ਤੋਂ ਬਾਅਦ ਆਪਣੇ ਕੋਲ ਚੌਥਾ ਪੁਆਇੰਟ ਹੈ ਜੀ ਐਕਸਕ੍ਰੇਸ਼ਨ। ਐਕਸਕ੍ਰੇਸ਼ਨ ਉਤਸਰਜਨ ਜਾਂ ਫਾਲਤੂ ਪਦਾਰਥ ਨੂੰ ਜਿਹੜਾ ਹੈ ਬਾਹਰ ਕੱਢਣਾ। ਪੌਦੇ ਜਿਹੜੇ ਨੇ ਉਹ ਵੀ ਜਿਹੜਾ ਹੈ ਆਪਣੇ ਵਿੱਚੋਂ ਫਾਲਤੂ ਪਦਾਰਥ ਬਾਹਰ ਕੱਢਦੇ ਨੇ। ਜਿਵੇਂ ਆਪਾਂ ਵੇਖਿਆ ਹੋਵੇਗਾ ਦੋਸਤੋ ਕਿ ਪੌਦਿਆਂ ਦੇ ਨਾਲ ਗੂੰਦ ਲੱਗਿਆ ਹੁੰਦਾ ਹੈ। ਗੂੰਦ ਕੀ ਹੁੰਦਾ ਹੈ ਦੋਸਤੋ, ਪੌਦਿਆਂ ਦੇ ਵਿੱਚ ਜਿਹੜਾ ਫਾਲਤੂ ਪਦਾਰਥ ਹੁੰਦਾ ਹੈ ਜਾਂ ਜਿਹਨੂੰ ਕਹਿ ਸਕਦੇ ਹਾਂ ਆਪਾਂ ਹਾਨੀਕਾਰਕ ਪਦਾਰਥ ਹੁੰਦਾ ਹੈ, ਪੌਦਿਆਂ ਦੇ ਲਈ ਜਿਹੜਾ ਹਾਨੀਕਾਰਕ ਪਦਾਰਥ ਹੁੰਦਾ ਹੈ ਉਹਨੂੰ ਉਹ ਬਾਹਰ ਕੱਢ ਦਿੰਦੇ ਨੇ। ਬਾਹਰ ਕੱਢਣ ਤੋਂ ਬਾਅਦ ਆਪਾਂ ਜਿਵੇਂ ਉਹਨੂੰ ਗੂੰਦ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਾਂ। ਇਸੇ ਤਰ੍ਹਾਂ ਕਈ ਪੌਦੇ ਨੇ ਜਿਨ੍ਹਾਂ ਵਿੱਚੋਂ ਆਪਾਂ ਨੂੰ ਲੈਟਿਕਸ ਮਿਲਦਾ ਹੈ। ਉਹ ਵੀ ਕੀ ਹੁੰਦਾ ਹੈ ਦੋਸਤੋ, ਪੌਦਿਆਂ ਦਾ ਫਾਲਤੂ ਪਦਾਰਥ ਹੁੰਦਾ ਹੈ। ਲੈਟਿਕਸ ਤੋਂ ਆਪਾਂ ਕੀ ਕਰਦੇ ਹਾਂ ਦੋਸਤੋ, ਰਬੜ ਦਾ ਨਿਰਮਾਣ ਕਰਦੇ ਹਾਂ। ਨੈਕਸਟ ਵੇਖਦੇ ਹਾਂ ਦੋਸਤੋ, ਨੈਕਸਟ ਆਪਣੇ ਕੋਲ ਹੈਗਾ ਦੋਸਤੋ ਰੀਪਰੋਡਕਸ਼ਨ। ਰੀਪਰੋਡਕਸ਼ਨ ਦੋਸਤੋ ਕੀ ਹੁੰਦਾ ਹੈ, ਪ੍ਰਜਨਨ। ਪ੍ਰਜਨਨ ਪੌਦਿਆਂ ਵਿੱਚ ਵੀ ਪ੍ਰਜਨਨ ਹੁੰਦਾ ਹੈ ਤੇ ਪੌਦਿਆਂ ਵਿੱਚ ਜਿਹੜਾ ਪ੍ਰਜਨਨ ਕਰਨ ਦਾ ਮੁੱਖ ਭਾਗ ਹੁੰਦਾ ਜੀ ਉਹ ਕੀ ਹੁੰਦਾ ਜੀ, ਫਲਾਵਰ। ਕੀ ਹੁੰਦਾ ਜੀ, ਫਲਾਵਰ। ਫਲਾਵਰ ਤੋਂ ਜਿਹੜਾ ਹੈ ਪੌਦੇ ਪ੍ਰਜਨਨ ਕਰਦੇ ਨੇ। ਇਹਦੇ ਵਿੱਚ ਦੋਸਤੋ ਹੁਣ ਆਪਾਂ ਨੈਕਸਟ ਜਿਹੜਾ ਪੜਨ ਜਾ ਰਹੇ ਹਾਂ ਜੀ, ਬਾਇਓਲੋਜੀ ਦੇ ਵਿੱਚ ਆਪਾਂ ਐਨੀਮਲਸ ਦੇ ਬਾਰੇ ਵੀ ਪੜਾਂਗੇ। ਇਹ ਸਭ ਕੁਝ ਜਿਹੜਾ ਹੈ ਜੀ ਆਪਾਂ ਨੂੰ ਪਤਾ ਹੈ ਕਿ ਐਨੀਮਲਸ ਕੀ ਹੁੰਦੇ ਨੇ, ਸੰਜੀਵ ਹੁੰਦੇ ਨੇ। ਜਿਹੜੀਆਂ ਵੀ ਸੰਜੀਵ ਵਸਤੂਆਂ ਨੇ ਉਹਨਾਂ ਨੂੰ ਆਪਾਂ ਬਾਇਓਲੋਜੀ ਦੇ ਵਿੱਚ ਪੜਾਂਗੇ। ਨੈਕਸਟ ਆਪਾਂ ਜਿਹੜਾ ਪੜਾਂਗੇ ਦੋਸਤੋ ਉਹ ਆਪਣੇ ਜਿਹੜੇ ਐਗਜ਼ਾਮ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ ਦੋਸਤੋ। ਬਾਇਓਲੋਜੀ ਦੇ ਵਿੱਚ ਕਿਹੜੇ ਪਾਰਟ ਨੇ ਜਿਹੜੇ ਆਪਾਂ ਪੜ੍ਹਨੇ ਨੇ, ਜਿਹੜੇ ਆਪਣੇ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਨੇ, ਉਹ ਆਪਾਂ ਵੇਖ ਲੈਂਦੇ ਹਾਂ ਜੀ। ਬਾਇਓਲੋਜੀ ਜਿਹੜੀ ਹੈ ਜੀ ਇਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾ ਹੈ ਜੀ ਆਪਣੇ ਕੋਲ ਬੋਟਨੀ, ਜਿਹਨੂੰ ਆਪਾਂ ਕਹਿੰਦੇ ਆ ਜੀ ਵਨਸਪਤੀ ਵਿਗਿਆਨ। ਕੀ ਕਹਿੰਦੇ ਆ ਦੋਸਤੋ, ਵਨਸਪਤੀ ਵਿਗਿਆਨ, ਜਾਂ ਇਹਨੂੰ ਕਹਿੰਦੇ ਆ ਆਪਾਂ ਪਲਾਂਟਸ ਦੇ ਬਾਰੇ ਜੋ ਵੀ ਆਪਾਂ ਕੁਝ ਪੜਾਂਗੇ ਜੀ ਉਹਨੂੰ ਆਪਾਂ ਵਨਸਪਤੀ ਵਿਗਿਆਨ ਦੇ ਵਿੱਚ ਪੜਾਂਗੇ। ਇਸ ਤੋਂ ਬਾਅਦ ਆਪਣੇ ਕੋਲ ਹੈ ਜੀ ਜੂਲੋਜੀ। ਇਹਦੇ ਵਿੱਚ ਆਪਾਂ ਪੜਾਂਗੇ ਜੀ ਜੰਤੂਆਂ ਦੇ ਬਾਰੇ। ਜੂ ਤੋਂ ਆਪਣੇ ਕੋਲ ਕੀ ਹੁੰਦਾ ਦੋਸਤੋ, ਜੰਤੂ। ਤੇ ਲੌਜਿਸ ਤੋਂ ਆਪਾਂ ਨੂੰ ਪਤਾ ਹੈ ਕੀ ਹੁੰਦਾ ਜੀ, ਟੂ ਸਟੱਡੀ। ਟੂ ਸਟੱਡੀ ਇਹਦੇ ਵਿੱਚ ਆਪਾਂ ਦੋਸਤੋ ਕੀ ਪੜਾਂਗੇ, ਜੰਤੂਆਂ ਦੇ ਬਾਰੇ, ਐਨੀਮਲਸ ਦੇ ਬਾਰੇ। ਐਨੀਮਲਸ ਦੇ ਬਾਰੇ ਆਪਾਂ ਪੜਾਂਗੇ ਜੀ ਜੂਲੋਜੀ ਦੇ ਵਿੱਚ। ਬੋਟਨੀ ਦੇ ਵਿੱਚ ਆਪਾਂ ਪੜਾਂਗੇ ਜੀ ਵਨਸਪਤੀ ਵਿਗਿਆਨ ਜਾਂ ਪਲਾਂਟਸ ਦੇ ਬਾਰੇ। ਤੇ ਤੀਜਾ ਜਿਹੜਾ ਹੈ ਜੀ ਆਪਣੇ ਕੋਲ ਉਹ ਹੈਗਾ ਜੀ ਮਾਈਕਰੋ ਬਾਇਓਲੋਜੀ। ਕੀ ਹੈ ਜੀ, ਮਾਈਕਰੋ ਬਾਇਓਲੋਜੀ। ਇਹਦੇ ਵਿੱਚ ਆਪਾਂ ਕੀ ਕੁਝ ਪੜਾਂਗੇ ਦੋਸਤੋ, ਇਹਨਾਂ ਵਿੱਚ ਆਪਾਂ ਉਹਨਾਂ ਜੀਵਾਂ ਦੇ ਬਾਰੇ ਪੜਾਂਗੇ ਦੋਸਤੋ ਜਿਨ੍ਹਾਂ ਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ। ਇਹਨਾਂ ਨੂੰ ਵੇਖਣ ਲਈ ਆਪਾਂ ਨੂੰ ਮਾਈਕਰੋਸਕੋਪ ਦੀ ਲੋੜ ਹੁੰਦੀ ਹੈ। ਇਹਨਾਂ ਦੇ ਵੇਖਣ ਲਈ ਆਪਾਂ ਨੂੰ ਇਲੈਕਟ੍ਰੋ ਮਾਈਕਰੋਸਕੋਪ ਦੀ ਲੋੜ ਹੁੰਦੀ ਹੈ ਦੋਸਤੋ। ਇਹ ਕਿਹੜੇ ਨੇ, ਇਹਦੇ ਵਿੱਚ ਆਪਣੇ ਕੋਲ ਆਣਗੇ ਦੋਸਤੋ ਬੈਕਟੀਰੀਆ, ਜਿਹਨੂੰ ਨੈਕਸਟ ਦੋਸਤੋ ਆਪਾਂ ਗੱਲ ਕਰਾਂਗੇ ਕਿ ਇਸ ਤੋਂ ਕਈ ਕੁਐਸਚਨ ਡਾਇਰੈਕਟ ਪੁੱਛੇ ਜਾਂਦੇ ਨੇ ਕਿ ਜਿਵੇਂ
ਬਾਇਓਲੋਜੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ, ਬੋਟਨੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ, ਜੀਓਲੋਜੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ, ਮਾਈਕਰੋਬਾਇਓਲੋਜੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ। ਇਹ ਕੁਐਸਚਨ ਆਪ ਡਾਇਰੈਕਟ ਪੁੱਛ ਲਏ ਜਾਂਦੇ ਨੇ, ਇਹ ਆਪਾਂ ਡਿਸਕਸ ਕਰ ਲੈਂਦੇ ਹਾਂ ਦੋਸਤੋ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੁੰਦਾ ਹੈ ਦੋਸਤੋ, ਬਾਇਓਲੋਜੀ। ਬਾਇਓਲੋਜੀ ਅੱਗੇ ਤਿੰਨ ਭਾਗਾਂ ਵਿੱਚ ਵੰਡੀ ਗਈ ਹੈ ਜੀ। ਪਹਿਲੀ ਹੈ ਜੀ ਆਪਣੇ ਕੋਲ ਬੋਟਨੀ, ਜਿਹਨੂੰ ਕਹਿੰਦੇ ਨੇ ਦੋਸਤੋ ਪੌਦਾ ਜਗਤ। ਉਸ ਤੋਂ ਬਾਅਦ ਆਪਣੇ ਕੋਲ ਹੈ ਜੀ ਜੂਲੋਜੀ, ਜਿਹਨੂੰ ਕਹਿੰਦੇ ਨੇ ਜੰਤੂ ਜਗਤ। ਇਸ ਤੋਂ ਬਾਅਦ ਆਪਣੇ ਕੋਲ ਹੈ ਜੀ ਮਾਈਕਰੋਬਾਇਓਲੋਜੀ, ਜਿਹਦੇ ਵਿੱਚ ਆਪਾਂ ਕੀ ਪੜ੍ਹਦੇ ਹਾਂ ਦੋਸਤੋ, ਸੂਖਮ ਜੀਵਾਂ ਦੇ ਬਾਰੇ। ਕਿਹਦੇ ਬਾਰੇ ਪੜ੍ਹਦੇ ਹਾਂ ਦੋਸਤੋ, ਸੂਖਮ ਜੀਵਾਂ ਦੇ ਬਾਰੇ। ਬਾਇਓਲੋਜੀ ਦੇ ਵਿੱਚ ਆਪਣੇ ਕੋਲ ਤਿੰਨ ਜਿਹੜੇ ਨੇ ਬ੍ਰਾਂਚਾਂ ਨੇ ਦੋਸਤੋ, ਕਿਹੜੀ ਹੈ, ਪਹਿਲੀ ਬੋਟਨੀ, ਦੂਜੀ ਹੈ ਜੀ ਆਪਣੇ ਕੋਲ ਜੂਲੋਜੀ ਤੇ ਤੀਜੀ ਆਪਣੇ ਕੋਲ ਹੈ ਜੀ ਮਾਈਕਰੋਬਾਇਓਲੋਜੀ। ਹੁਣ ਬੋਟਨੀ ਦਾ ਪਿਤਾ ਜਾਂ ਫਾਦਰ ਕਿਸ ਨੂੰ ਕਿਹਾ ਜਾਂਦਾ ਹੈ ਜੀ, ਇਹਨਾਂ ਦਾ ਨਾਮ ਹੈ ਜੀ ਥੀਓਫ੍ਰਿਸਟਿਸ। ਕੀ ਨਾਮ ਹੈ ਜੀ, ਥੀਓਫ੍ਰਿਸਟਿਸ। ਇਹਨਾਂ ਨੇ ਇੱਕ ਬੁੱਕ ਲਿਖੀ ਸੀ ਜੀ, ਬੁੱਕ ਦਾ ਨਾਮ ਹੈ ਜੀ ਦੀ ਹਿਸਟੋਰੀਆ ਆਫ ਪਲਾਂਟੀਰੀਅਮ। ਕੀ ਨਾਮ ਹੈ ਜੀ, ਦੀ ਹਿਸਟੋਰੀਆ ਆਫ ਪਲਾਂਟੀਰੀਅਮ। ਇਸ ਬੁੱਕ ਦਾ ਨਾਮ ਹੈ ਜੀ, ਇਹ ਕਿਹਨੇ ਲਿਖੀ ਹੈ ਜੀ, ਥੀਓਫ੍ਰਿਸਟਿਸ ਨੇ, ਜਿਨ੍ਹਾਂ ਨੂੰ ਬੋਟਨੀ ਦਾ ਪਿਤਾ ਕਿਹਾ ਜਾਂਦਾ ਹੈ। ਨੈਕਸਟ ਆਪਣੇ ਕੋਲ ਜਿਹੜਾ ਹੈ ਜੀ ਜੂਲੋਜੀ। ਜੂਲੋਜੀ ਦਾ ਪਿਤਾ ਕਿਹਾ ਜਾਂਦਾ ਹੈ ਜੀ ਅਰਸਤੂ ਨੂੰ। ਇੰਗਲਿਸ਼ ਵਿੱਚ ਇਹਨਾਂ ਦਾ ਨਾਮ ਹੈ ਜੀ ਅਰਿਸਟੋਟਲ। ਕੀ ਨਾਮ ਹੈ ਜੀ, ਅਰਿਸਟੋਟਲ, ਜਾਂ ਇਹਨਾਂ ਨੂੰ ਅਰਸਤੂ ਕਿਹਾ ਜਾਂਦਾ ਹੈ ਜੀ। ਇਹਨਾਂ ਨੇ ਵੀ ਇੱਕ ਬੁੱਕ ਲਿਖੀ ਸੀ ਜੀ, ਜਿਹੜੀ ਜੰਤੂ ਜਗਤ ਦੇ ਬਾਰੇ ਸੀ। ਬੁੱਕ ਦਾ ਨਾਮ ਆਪਣੇ ਕੋਲ ਕੀ ਹੈ ਜੀ, ਦੀ ਹਿਸਟੋਰੀਆ ਆਫ ਐਨੀਮੀਲੀਆ। ਦੀ ਹਿਸਟੋਰੀਆ ਆਫ ਐਨੀਮੀਲੀਆ ਇਹ ਕਿਹਨੇ ਲਿਖੀ ਹੈ ਦੋਸਤੋ, ਅਰਸਤੂ ਨੇ, ਜਿਹੜੇ ਜੰਤੂ ਜਗਤ ਦੇ ਪਿਤਾ ਨੇ। ਇਸ ਤੋਂ ਬਾਅਦ ਆਪਣੇ ਕੋਲ ਹੈ ਜੀ ਮਾਈਕਰੋਬਾਇਓਲੋਜੀ, ਸੂਖਮ ਜੀਵਾਂ ਦੇ ਬਾਰੇ ਜਿਹੜਾ ਹੈ ਜੀ, ਸੂਖਮ ਜੀਵਾਂ ਦੇ, ਇਹਨਾਂ ਦੇ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਜੀ, ਇਹਨਾਂ ਦਾ ਪਿਤਾ ਕਿਹਾ ਜਾਂਦਾ ਹੈ ਜੀ A.V. ਲੀਵਨਹੌਕ। A.V. ਲੀਵਨਹੌਕ, ਇਹਨਾਂ ਨੇ ਡਿਸਕਵਰੀ ਕੀਤੀ ਸੀ ਜੀ ਮਾਈਕਰੋਬਸ ਦੀ। ਇਹਨਾਂ ਨੇ ਡਿਸਕਵਰੀ ਕੀਤੀ ਸੀ ਮਾਈਕਰੋਬਸ ਦੀ। ਹੁਣ ਗੱਲ ਆਉਂਦੀ ਹੈ ਜੀ ਕਿ ਬਾਇਓਲੋਜੀ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ। ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਹੈ ਜੀ ਖੋਜ ਕੀਤੀ ਸੀ ਜੀ ਅਰਸਤੂ ਨੇ ਜੂਲੋਜੀ ਦੀ, ਜਿਹਦੇ ਵਿੱਚ ਸਭ ਤੋਂ ਵੱਧ ਖੋਜ ਕੀਤੀ ਗਈ ਹੈ ਜੂਲੋਜੀ ਦੇ ਵਿੱਚ। ਇਸ ਕਰਕੇ ਬਾਇਓਲੋਜੀ ਦਾ ਜਿਹੜਾ ਹੈ ਜੀ ਪਿਤਾ ਕਿਹਾ ਜਾਂਦਾ ਹੈ ਜੀ ਅਰਸਤੂ ਨੂੰ। ਅਰਸਤੂ ਨੂੰ ਦੋ ਚੀਜ਼ਾਂ ਦਾ ਪਿਤਾ ਕਿਹਾ ਜਾਂਦਾ ਹੈ ਜੀ, ਬਾਇਓਲੋਜੀ ਦਾ ਪਿਤਾ ਵੀ ਅਰਸਤੂ ਨੂੰ ਕਿਹਾ ਜਾਂਦਾ ਹੈ ਤੇ ਜੂਲੋਜੀ ਦਾ ਪਿਤਾ ਵੀ ਜਿਹੜਾ ਹੈ ਜੀ ਅਰਸਤੂ ਨੂੰ ਕਿਹਾ ਜਾਂਦਾ ਹੈ। ਜੇਕਰ ਦੋਸਤੋ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਆਪਣੇ ਦੋਸਤਾਂ ਵਿੱਚ ਸ਼ੇਅਰ ਕਰੋ, ਤਾਂ ਜੋ ਉਹਨਾਂ ਨੂੰ ਵੀ ਇਸ ਦੇ ਬਾਰੇ ਪਤਾ ਚੱਲ ਸਕੇ ਤੇ ਉਹ ਵੀ ਇਸ ਦਾ ਪੂਰਾ ਫਾਇਦਾ ਉਠਾ ਸਕਣ। ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਦਬਾਓ, ਜਿਸ ਨਾਲ ਸਾਡੀ ਨਈ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਹਾਨੂੰ ਨਵੀਂ ਜਾਣਕਾਰੀ ਮਿਲਦੀ ਰਹੇ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ, ਤਬ ਤੱਕ ਦੇ ਲਈ ਟੇਕ ਕੇਅਰ।